बिस्मिल्लाहिर्रहमानिर्रहीम ते अस्सलाम वालेकुम। 14 अगस्त पाकिस्तान दे विच जुमे दी सवेर ते अज दे पंजाबी वीलॉग च चढ़दे ते लहिंदे पंजाब दे सज्जणा ते मित्रां भैणां ते भरावां मावां ते बुजुर्गां नूं जी आयां नूं। सब तो पहले फील्ड मार्शल रिटायर्ड आसिम मुनीर तमगा इम्तियाज़ मिलिटरी उन्हां दा जिहड़ा डिफैक्टो फॉर्म 47 दा मिलिटरी राज है उहदे अज 258 दिन। हुण चलने अज दियां गूढ़ियां निग्गियां ते संगणियां खबरां वाले पासे। पहली गल जरा थोड़ा जिहा हिसाब किताब ला लईए तुसीं ते असीं रल के भी मैं किहड़े पासे जां, मैं मंजी कित्थे डां। मंजी डाउण नूं थां नहीं लभण डिया। आम पाकिस्तानी जिहड़ा उहनूं समझ कोई नहीं आउण डई भी आज़ादी लभी है या अजे नहीं लभी, क्योंकि नारे लगदे फिरदे ने भी हकीकी आज़ादी अजे चाहीदी है तो लोगों को यही दसिया भी 1947 च आज़ादी लभ गई है। जरा गल्लां सुन लईए, क्विकली रखांगा, बहुता बोर नहीं करांगा तुहानूं, पर ये गल्लां सुननियां बड़ियां जरूरी ने। कई बारी बंदियां नूं हुंदा गिल साहब बुनियादी गल्लां ना करो, सानूं सारा ही पता है। तो जदों उस बंदियां नूं किते रोटी खांदियां वेखियो, बाथरूम इस्तेमाल करते जिहड़ियां बुनियादी गल्लां ने, तो उस वेले जिन्नी कि तबाही वो मचाउंदे ने, उस वेले बंदे दा दिल करदा है कि यार इस सज्जण नाल बुनियादी गल्लां कर ही लईए बह के, इहनूं कोई थोड़ियां जिहियां बुनियादी गल्लां दा पता ही होवे तो चंगी गल है। इसलिए थोड़ा जिहा हिसाब ला लईए भी मंजी कित्थे डाउणी है। साडे बजुर्ग जिहड़े ने सानूं कित्थे छड्ड के गए, उत्थों जिहड़े उजड़ पुजड़ के आए, उन्हां दा मकसद की सी ते इत्थे अगले पासे होया की है। ਉਹ ਕਹਿੰਦੇ ਨੇ ਵੀ ਆਉਂਦਿਆਂ ਹੀ ਪੈਣ ਡੈ ਪਈਆਂ, ਸਾਨੂੰ ਤੇ ਇੱਥੇ ਆਉਂਦਿਆਂ ਹੀ ਪੈਣ ਡੈ ਪਈਆਂ। ਤੇ ਮਾਮਲਾ ਕੀ ਹੈ ਉਹ ਚੱਲਨੇ ਜੀ। ਅੱਛਾ ਜੀ, ਦੋ ਕੌਮੀ ਨਜ਼ਰੀਆ ਸਾਨੂੰ ਇਹ ਦੱਸਿਆ ਗਿਆ ਵੀ ਉੱਥੇ ਅਸੀਂ ਅਕਲੀਅਤ ਬਣ ਜਾਣਾ ਹੈ। ਆਰਐਸਐਸ ਵਾਲਾ ਨਜ਼ਰੀਆ ਉੱਥੇ ਆ ਜਾਣਾ, ਇੰਤਹਾ ਪਸੰਦ, ਤੇ ਉਹਨਾਂ ਸਾਡੀ ਮੰਜੀ ਪੀੜੀ ਠੋਕ ਦੇਣੀ, ਸਾਡੀ ਜੋੜੀ ਠੋਕ ਕੇ ਰੱਖ ਦੇਣੀ ਹੈ। ਸਾਨੂੰ ਕੁਟਾਪਾ ਚਾੜਨਗੇ, ਸਾਨੂੰ ਗਰੀਬ ਕਰ ਦੇਣਗੇ, ਸਾਡੇ ਕੋਲ ਖਾਣ ਨੂੰ ਪੂਰੀ ਰੋਟੀ ਨਹੀਂ ਹੋਏਗੀ, ਸਾਨੂੰ ਤਾਲੀਮ ਵੀ ਪੂਰੀ ਨਹੀਂ ਮਿਲੇਗੀ, ਸਿਹਤ ਦੀਆਂ ਸਹੂਲਤਾਂ ਵੀ ਸਾਨੂੰ ਪੂਰੀਆਂ ਨਹੀਂ ਮਿਲਣਗੀਆਂ, ਤੇ ਅਸੀਂ ਸੈਕੰਡ ਕਲਾਸ ਦੇ ਸਿਟੀਜ਼ਨ ਹੋਵਾਂਗੇ। ਇਸ ਲਈ ਆਜ਼ਾਦੀ ਬੜੀ ਜ਼ਰੂਰੀ ਚਾਹੀਦੀ ਹੈ। ਸਾਡੇ ਦਾਦੇ ਬਾਬਿਆਂ ਨੇ ਸਾਨੂੰ ਇਹ ਗੱਲ ਦੱਸੀ। ਅਸੀਂ ਕਿਹਾ ਵੀ ਪਾਕਿस्तान ਦਾ ਮਤਲਬ ਕਿਆ, ਲਾ ਇਲਾਹਾ ਇल्लल्लाह बन के रहेगा पाकिस्तान, ले के रहेंगे पाकिस्तान। ਅਸੀਂ ਕੰਮ ਚੁੱਕ ਦਿੱਤਾ। ਉਹ ਫਿਲਮਾਂ, ਕਈ ਫਿਲਮਾਂ ਹੁੰਦੀਆਂ ਨਾ, ਨੰਬਰ ਉਹਨਾਂ ਦੇ ਹਟਦੇ ਨਾ, ਪ੍ਰੋਡਿਊਸਰ ਡਾਇਰੈਕਟਰ ਫਲਾਂ ਸ਼ੁਰੂ ਦੇ ਵਿੱਚ, ਤੇ ਪਹਿਲਾ ਸੀਨ ਖੁੱਲਦਾ ਤੇ ਮੁੱਕਾ ਲੱਗਦਾ ਡਜ਼। ਅਸੀਂ ਉਸ ਫਿਲਮ ਨੂੰ ਕਹਿੰਦੇ ਨੇ ਨੰਬਰਾਂ ਤੋਂ ਹੀ ਚੁੱਕ ਦਿੱਤੀ ਫਿਲਮ। ਅਸੀਂ ਨੰਬਰਾਂ ਤੋਂ ਹੀ ਚੁੱਕ ਦਿੱਤਾ ਕੰਮ ਜਨਾਬ। ਹੁਣ ਉਸ ਤੋਂ ਬਾਅਦ ਹੋਇਆ ਕਿ ਇਹ ਪਾਕਿਸਤਾਨ ਤੇ ਬਣਾ ਦਿੱਤਾ। ਬਾਬਾ ਜੀ ਜਿਹੜੇ ਨੇ ਉਹ ਜਲਦੀ ਵਫਾਤ ਪਾ ਗਏ। ਬਾਬਾ ਜੀ ਨੂੰ ਅਸੀਂ ਦੇਸ ਨਿਕਾਲਾ ਵੀ ਦੇ ਦਿੱਤਾ। ਬਾਬਾ ਜੀ ਜਿਸ ਵੇਲੇ ਬਿਮਾਰ ਹੋਏ ਤਾਂ ਅਸੀਂ ਕਿਹਾ ਵੀ ਬਾਬਾ ਜੀ ਕੋਲੋਂ ਤਾਂ ਜਾਨ ਛੁਡਾਓ। ਬਾਬਾ ਜੀ ਕਿਉਂਕਿ ਕਈ ਲੋਕਾਂ ਦੇ ਹਿਸਾਬ ਨਾਲ ਚੁੜ ਵੀ ਕਰਦੇ ਸਨ। ਉਹਨਾਂ ਨੇ ਇੱਕ ਵਾਰੀ ਕੋਇਟਾ ਜਾ ਕੇ ਮੁਸੀਬਤ ਇਹ ਕਰ ਛੱਡੀ ਵੀ ਉਹਨਾਂ ਉੱਥੇ ਫੌਜੀ ਜਰਨੈਲਾਂ ਨੂੰ ਕਿਹਾ ਵੀ ਬਈ ਤੁਹਾਡਾ ਕੋਈ ਕੰਮ ਨਹੀਂ ਮੁਲਕ ਦੀ ਸਿਆਸਤ ਤੇ ਪਾਲਿਸੀ ਮੇਕਿੰਗ 'ਚ, ਤੁਸੀਂ ਆਵਾਮ ਦੇ ਖਾਦਮ ਹੋ ਔਰ ਤੁਸੀਂ ਤਨਖਾਹ ਲੈਂਦੇ ਹੋ, ਤੁਹਾਡਾ ਕੰਮ ਦਿਫਾਅ ਨਾਲੇ ਪਾਲਿਸੀਆਂ ਸਿਆਸਤਦਾਨਾਂ ਨੇ ਬਣਾਉਣੀਆਂ ਨੇ। ਨਾਲ ਉਹਨਾਂ ਨੇ ਅਯੂਬ ਖਾਨ ਜਿਹੜਾ ਉਸ ਵੇਲੇ ਬੜੇ ਪਰਪੁਰ ਕੱਢਦਾ ਸੀ, ਉਹਨਾਂ ਨੇ ਉਸ ਵੇਲੇ ਦੇ ਮਸ਼ਰਕੀ ਪਾਕਿਸਤਾਨ ਦੇ ਵਿੱਚ ਟਰਾਂਸਫਰ ਕਰਤਾ ਵੀ ਉੱਥੇ ਜਾ ਕਾਕਾ, ਇੱਥੇ ਤੂੰ ਕੋ ਗੰਦ ਪਾਏਗਾ। ਬਸ ਫਿਰ ਉਸ ਤੋਂ ਬਾਅਦ ਬਾਬਾ ਜੀ ਦੀ ਹਾਰ ਗਈ, ਮਤਲਬ ਉਹਨਾਂ ਬਾਬਾ ਜੀ ਨੂੰ ਦੇਸ ਨਿਕਾਲਾ ਦੇ ਦਿੱਤਾ। ਜ਼ਿਆਰਤ ਜਿੱਥੇ ਬਕੌਲ ਜਵੇਦ ਹਾਸ਼ਮੀ ਸਾਹਿਬ ਦੇ ਕਦੇ ਕਿਸੇ ਨੇ ਨਹੀਂ ਘੱਲਿਆ TB ਦੇ ਮਰਜ਼ ਲਈ, ਉੱਥੇ ਨਾ ਕੋਈ ਡਾਕਟਰ ਨਾ ਕੋਈ ਲੈਣ ਨਾ ਦੇਣ, ਬਾਬਾ ਜੀ ਨੂੰ ਉੱਥੇ ਤੁੰਨ ਛੱਡਿਆ। ਬਾਬਾ ਜੀ ਉੱਥੇ ਚਲੇ ਗਏ। ਉੱਥੋਂ ਬਸ ਵਿਚਾਰਿਆਂ ਦੇ ਜਦੋਂ ਸਾਹ ਪੂਰੇ ਹੋਣ ਲੱਗੇ ਤਾਂ ਉਦੋਂ ਉਹਨਾਂ ਨੂੰ ਵਾਪਸ ਲੈਣ ਦਾ, ਤੇ ਉਹ ਐਂਬੂਲੈਂਸ ਵੀ ਬੰਦ ਹੋ ਗਈ। ਉਹ ਜਿਸ ਵੇਲੇ ਐਂਬੂਲੈਂਸ ਬੰਦ ਹੋਈ ਤੇ ਉਸ ਵੇਲੇ ਜਿਹੜੀ ਅੱਜ ਦੀ ਅਸ਼ਰਾਫੀਆ ਨਾ, ਜਿਵੇਂ ਅੱਜ ਫੀਲਡ ਮਾਰਸ਼ਲ ਸਾਹਿਬ ਤੇ ਦੂਜੇ ਸਾਰੇ ਕੱਲ ਬਾਜੀ ਵਗੈਰਾ ਸਾਰੇ ਆਪਣਾ ਮੇਰਾ ਮਤਲਬ ਕਰ ਰਹੇ ਸਨ ਉੱਥੇ ਫੰਕਸ਼ਨ। ਇਸ ਤਰ੍ਹਾਂ ਹੀ ਕਿਸੇ ਜਗ੍ਹਾ 'ਤੇ ਫੰਕਸ਼ਨ ਹੋ ਰਿਹਾ ਸੀ। ਉੱਥੇ ਕੋਈ ਅੰਬੈਸੀ ਸੀ ਮੇਰੇ ਖਿਆਲ ਫੋਰਨ, ਫਰਾਂਸ ਦੀ ਸੀ ਕਿ ਪਤਾ ਨਹੀਂ ਕਿਹੜੀ ਸੀ। ਉੱਥੇ ਪੀਣ ਪਲਾਣ ਵੀ ਚੱਲ ਰਿਹਾ ਸੀ, ਤੇ ਬਾਬਾ ਜੀ ਤੇ ਉਹਨਾਂ ਦੀ ਭੈਣ ਫਾਤਮਾ ਜਨਾਹ ਸਾਹਿਬਾ ਮਾਦਰੇ ਮਿਲਤ ਉਸ ਐਂਬੂਲੈਂਸ ਦੇ ਵਿੱਚ ਸਨ। ਐਂਬੂਲੈਂਸ ਖਰਾਬ ਹੋ ਗਈ, ਮੱਖੀਆਂ ਜਿਹੜੀਆਂ ਨੇ ਬਾਬਾ ਜੀ ਨੂੰ ਤੰਗ ਕਰ ਰਹੀਆਂ ਸਨ। ਆਖਰੀ ਸਾਹਾਂ 'ਤੇ ਸਨ ਬਾਬਾ ਜੀ, ਤੇ ਉੱਥੇ ਕਈ ਘੰਟੇ ਭੈਣ ਤੇ ਭਰਾ ਉੱਥੇ ਫਸੇ ਰਹੇ, ਤੇ ਆਵਾਜ਼ਾਂ ਮਾਰੀਆਂ, ਬੁਲਾਇਆ ਕਈ ਵਾਰ ਮੈਂ, ਕਿਸੇ ਨੇ ਮੇਰੀ ਗੱਲ ਨਾ ਸੁਣੀ। ਉਹ ਆਲਮ ਲੋਹਾਰ ਸਾਹਿਬ ਨੇ ਤੇ ਆਖਿਆ ਸੀ ਨਾ ਵੀ ਟੁੱਟੀ ਲੱਤ ਨੂੰ ਹਿਲਾਇਆ ਕਈ ਵਾਰ ਮੈਂ, ਕਿਸੇ ਨੇ ਮੇਰੀ ਲੱਤ ਨਾ ਗੱਲ ਨਾ ਸੁਣੀ। ਤੇ ਬਾਬਾ ਜੀ ਵਿਚਾਰੇ ਜ਼ਾਹਿਰ ਹੈ ਆਖਰੀ ਸਾਹਾਂ 'ਤੇ ਸਨ। ਭੈਣ ਕਦੀ ਐਂਬੂਲੈਂਸ ਦੇ ਜਿਹੜੇ ਤਾਰੀਖਦਾਨ ਲਿਖਦੇ ਨੇ ਅਗਰ ਕਿਤਾਬਾਂ ਪੜ੍ਹੋ, ਤੇ ਕਦੀ ਉਹ ਅੰਦਰ ਜਾਂਦੇ ਸਨ, ਕਦੀ ਬਾਹਰ ਭੱਜਦੇ ਸਨ, ਕਦੀ ਦੁਪੱਟੇ ਨਾਲ ਆਪਣੇ ਭਰਾ ਦੇ ਮੂੰਹ ਤੋਂ ਮੱਖੀਆਂ ਉਡਾਉਂਦੇ ਸਨ। ਲੇਕਿਨ ਅਸ਼ਰਾਫੀਆ ਜਿਹੜੀ ਹੈ ਉਹ ਮੌਜ ਮਸਤੀ ਕਰ ਰਹੀ ਸੀ। ਅੱਜ ਤੁਹਾਨੂੰ ਬੜੀ ਕਈ ਵਾਰੀ ਤਕਲੀਫ ਹੁੰਦੀ ਹੈ, ਵੇਖੋ ਇਮਰਾਨ ਖਾਨ ਜੇਲ੍ਹ 'ਚ ਹੈ ਤੇ PTI ਵਾਲਿਆਂ ਨੇ ਦਗਾ ਕਰ ਦਿੱਤਾ, ਤੇ PTI ਵਾਲਿਆਂ ਨੇ ਇਮਰਾਨ ਖਾਨ ਨੂੰ ਛੱਡ ਦਿੱਤਾ, ਤੇ ਇਮਰਾਨ ਖਾਨ ਨੂੰ ਕੱਲਿਆਂ ਕਰ ਦਿੱਤਾ। ਭੁੱਲ ਗਏ ਨੇ ਉਹਦੇ ਆਸਾਨ, ਉਹਦੇ ਨਾਵਾਂ ਦੇ ਉੱਤੇ ਇਹਨਾਂ ਨੇ ਵੋਟ ਲਾਏ। ਤੇ ਕੀ ਉਹ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ ਜਨਾਬ? ਇੱਥੇ ਬਾਬਾ ਜੀ ਦੇ ਨਾਲ ਵੀ ਇਹੀ ਕੀਤਾ ਗਿਆ ਸੀ। ਜਿਹੜੇ ਸਾਰੇ ਬਾਬਾ ਜੀ ਦੀ ਵਜ੍ਹਾ ਤੋਂ ਜਿੱਥੇ ਬੈਠੇ ਸਨ ਮੁਲਕ ਬਣਿਆ ਸੀ ਸਾਰਾ, ਉਹਨਾਂ ਬਾਬਾ ਜੀ ਨੂੰ ਵੀ ਭੁਲਾ ਕੇ ਤੇ ਹੀ ਕੰਮ ਕੀਤਾ ਸੀ। ਤੇ ਇਹ ਖਾਨ ਸਾਹਿਬ ਨਾਲ ਵੀ ਉਹੀ ਕੰਮ ਕਰ ਰਹੇ ਨੇ ਇਸ ਵੇਲੇ ਕਈ ਬੰਦੇ, ਸਾਰੇ ਨਹੀਂ ਚਲੋ ਤੇ ਜੋ ਬਾਬਾ ਜੀ ਨਾਲ ਕੀਤਾ ਗਿਆ ਸੀ। ਭਾਰਤ
ਬਾਬਾ ਜੀ ਜਿਹੜੇ ਨੇ ਉਹ ਖੈਰ ਕੋਈ ਐਂਬੂਲੈਂਸ ਵਗੈਰਾ ਫਿਰ ਕਿਸੇ ਤਰੀਕੇ ਅਰੇਂਜ ਹੋਈ ਕੋਈ ਹੋਰ ਕਈ ਘੰਟਿਆਂ ਤੋਂ ਬਾਅਦ, ਜਦੋਂ ਉਹ ਘਰ ਆਪਣੇ ਤੋਂ ਜਾਂਦਿਆਂ ਹੀ ਉਹਨਾਂ ਦੇ ਸਾਹ ਪੂਰੇ ਹੋ ਗਏ ਤੇ ਉਹ ਆਪਣੇ ਖਾਲਕੇ ਹਕੀਕੀ ਨੂੰ ਜਾ ਮਿਲੇ। ਇਸ ਤੋਂ ਬਾਅਦ ਸਾਡਾ ਫਿਰ ਕੰਮ ਸ਼ੁਰੂ ਹੋ ਗਿਆ। 11 ਸਾਲ ਦੇ ਵਿੱਚ 7 ਵਜ਼ੀਰ ਆਜ਼ਮ ਸਾਡੇ ਚੌਧਰੀ ਨੇ ਬਦਲ ਛੱਡੇ। ਆਇਨ ਸਾਜ਼ੀ ਨੂੰ ਪਹਿਲਾਂ ਤੇ 9 ਸਾਲ ਲੱਗੇ ਤੇ ਫਿਰ ਚੌਧਰੀ ਨੇ ਸਿਆਸਤਦਾਨਾਂ ਨੂੰ ਲੜਾਈ ਕਰਾਉਣੀ ਸ਼ੁਰੂ ਕਰਾ ਦਿੱਤੀ, ਜਿਵੇਂ ਅੱਜ ਕੱਲ੍ਹ ਕਰਵਾ ਰਹੇ ਨੇ, ਤੁਹਾਡੇ ਸਾਹਮਣੇ ਹੀ ਹੈ। ਕੁੱਕੜ ਲੜਾਉਂਦੇ ਨੇ, ਇਹਨਾਂ ਨੂੰ ਕੁੱਕੜ ਲੜਾਉਣ ਦਾ ਬੜਾ ਸ਼ੌਕ ਹੈ। ਉਸ ਤੋਂ ਬਾਅਦ ਪਹਿਲਾ ਮਾਰਸ਼ਾਲਾ 1958 'ਚ ਲਾ ਕੇ ਤੇ ਉਸ ਤੋਂ ਬਾਅਦ 11 ਸਾਲ ਆਪਣਾ ਜਿਹੜੇ ਮੁਹਤਰਮ ਹੈ ਸਨ ਜਨਰਲ ਅਯੂਬ, ਉਹ ਉਸ ਵੇਲੇ ਦੇ ਆਰਮੀ ਚੀਫ, ਉਹਨਾਂ ਨੇ ਪਹਿਲਾ ਮਾਰਸ਼ਾਲਾ ਲਾ ਦਿੱਤਾ ਔਰ ਉਹਨਾਂ ਦੇ ਮਾਰਸ਼ਾਲਾ ਦੇ ਵਿੱਚ ਆਂਦੇ ਨੇ ਬੜੀ ਤਰੱਕੀ ਹੋਈ, ਲੇਕਿਨ ਚੰਦ ਖਾਨਦਾਨਾਂ ਨੇ ਤਰੱਕੀ ਕੀਤੀ, ਅਸ਼ਰਾਫੀਆ ਨੇ, ਬਾਕੀ ਵਿਚਾਰੇ ਗਰੀਬ ਤੋਂ ਗਰੀਬਤਰ ਹੁੰਦੇ ਗਏ। ਫਿਰ ਯਾਹਿਆ ਖਾਨ ਸਾਹਿਬ ਆ ਗਏ, ਉਹਨਾਂ ਨੇ ਜਿਹੜਾ ਕੰਮ ਅਯੂਬ ਖਾਨ ਸਾਹਿਬ ਕਰਕੇ ਗਏ ਸਨ, ਗੱਦਾਰੀ ਦੇ ਫਤਵੇ ਦੇ ਕੇ, ਪਰਚੇ ਦੇ ਕੇ, ਸ਼ੇਖ ਮੁਜੀਬ ਨੂੰ ਹੋਰ ਤੁੰਨ ਕੇ, ਉਹਨਾਂ ਨੇ ਐਸੇ ਮਾਮਲਾਤ ਕੀਤੇ ਵੀ ਮੁਲਕ ਹੀ ਤੋੜ ਦਿੱਤਾ। ਉਹ ਸਾਰੇ ਪ੍ਰੋਸੈਸ ਦੇ ਵਿੱਚ ਯਾਹਿਆ ਖਾਨ ਸਾਹਿਬ ਵੀ ਬੜੇ ਰੰਗੀਨ ਸਨ ਤੇ ਸ਼ਰਾਬ ਤੇ ਸ਼ਬਾਬ ਦੇ ਵਿੱਚ ਡੁੱਲੇ ਰਹਿੰਦੇ ਸਨ 24 ਘੰਟੇ। ਉਹਨਾਂ ਨੂੰ ਹੋਰ ਕੋਈ ਕੰਮ ਹੀ ਨਹੀਂ ਸੀ, ਨਾ ਉਹਨਾਂ ਨੂੰ ਕਿਸੇ ਨੇ ਡੱਕਿਆ। ਸਾਨੂੰ ਕਈ ਵਾਰੀ ਆਉਂਦੇ ਨੇ ਇਦਾਰਾ ਇਦਾਰਾ ਇਦਾਰਾ, ਉਹ ਅਗਰ ਧਿਆਨ ਨਾਲ ਪੜ੍ਹੋ ਤਾਂ ਪਤਾ ਲੱਗਦਾ ਵੀ ਉਦੋਂ ਵੀ ਇਹੀ ਕੰਮ ਸੀ, ਆਰਮੀ ਚੀਫ ਇਜ਼ ਆਰਮੀ। ਤੇ ਉਹ ਬਸ ਜੋ ਵੀ ਮੇਰਾ ਮਤਲਬ ਤਵਾਇਫੁਲ ਮਲੂਕੀ ਯਾਹਿਆ ਖਾਨ ਨੇ ਫੈਲਾਈ ਹੋਈ ਸੀ, ਉਹਨੂੰ ਡੱਕਣ ਵਾਲਾ ਕੋਈ ਬੰਦਾ ਨਾ ਇਦਾਰੇ 'ਚੋਂ ਕੋਰਟ ਮਾਰਸ਼ਲ ਕਰਨ ਵਾਲਾ ਸੀ, ਨਾ ਕੋਈ ਪੁੱਛਣ ਵਾਲਾ ਸੀ। ਜੋ ਦਿਲ ਕਰਦਾ ਸੀ, ਜਿਹਨੂੰ ਆਂਦੇ ਨਾ ਸਰਕਾਰੀ ਸਾਂਡ, ਉਸ ਤਰ੍ਹਾਂ ਉਹ ਮੇਰਾ ਮਤਲਬ ਜਿੱਧਰ ਨੂੰ ਦਿਲ ਕਰਦਾ ਸੀ ਚੜ੍ਹਾਈ ਕਰ ਦਿੰਦੇ ਸਨ। ਪਤਾ ਨਹੀਂ ਉਹਨਾਂ 'ਚ ਇੰਜਣ ਵੀ ਕਿਹੜਾ ਫਿੱਟ ਹੋਇਆ ਸੀ, ਥੱਕਦੇ ਵੀ ਨਹੀਂ ਸੀ ਉਹ ਸਰਕਾਰ, ਤੇ ਮੇਰਾ ਮਤਲਬ ਹੈ ਲੀਹਾਂ ਹੀ ਭੰਨੀ ਜਾਂਦੇ ਸਨ। ਬਹਰਹਾਲ ਉਹਨਾਂ ਦੇ ਉਹ ਜਾਨ ਹੀ ਇੰਨੀ ਸੀ ਉਹਨਾਂ ਦੇ ਇੰਜਣ 'ਚ, ਰੇਸ ਹੀ ਉਹਨਾਂ ਕਿਤੇ ਇੰਨੀ ਦੇ ਦਿੱਤੀ ਵੀ ਉਹ ਰਿੰਗ ਪਿਸਟਨ ਹੀ ਆਖਰ ਦੇ ਉੱਤੇ ਪਾਟ ਗਏ ਤੇ ਪਾਕਿਸਤਾਨ ਜਿਹੜਾ ਉਹਦੇ 2 ਟੋਟੇ ਹੋ ਗਏ। ਅੱਛਾ, ਇਹ ਸਾਰੇ ਕੰਮ 'ਚ ਯਾਹਿਆ ਖਾਨ ਸਾਹਿਬ ਦੇ ਨਾਲ ਜਿਹੜਾ ਹਮ ਰਕਾਬ ਸਨ ਉਹ ਭੁੱਟੋ ਸਾਹਿਬ ਸਨ। ਇਹਨਾਂ ਨੇ ਕਿਹਾ ਵੀ ਇਹ ਬੰਦੇ ਨੇ ਤੇ ਸਾਡੇ ਨਾਲ ਰਲ ਕੇ ਸਾਰੇ ਪੁੱਠੇ ਕੰਮ ਕੀਤੇ ਨੇ, ਇਹ ਕਿਤੇ ਸਾਨੂੰ ਟੰਗ ਟੁੰਗ ਨਾ ਦੇਵੇ। ਇਹਨਾਂ ਨੇ ਇਸ ਤੋਂ ਪਹਿਲਾਂ ਵੀ ਉਹ ਕੁਝ ਕਰਦਾ, ਇਹਨਾਂ ਨੇ ਉਹਨੂੰ ਟੰਗ ਚੜਿਆ, ਮਤਲਬ ਸਜ਼ਾਏ ਮੌਤ ਦੇ ਛੱਡੀ ਭੁੱਟੋ ਸਾਹਿਬ ਨੂੰ, ਤੇ ਅੱਗੇ ਜਿਹੜਾ ਕੰਮ ਤੁਰ ਪਿਆ। 1973 ਦਾ ਆਈਨ ਉਹ ਪਹਿਲਾਂ ਬਣਾ ਗਏ ਸਨ, ਪਰ ਜਨਰਲ ਜ਼ਿਆਉਲ ਹਕ ਸਾਹਿਬ ਆ ਕੇ ਤੇ ਉਹਨਾਂ ਨੇ ਉਹਨੂੰ ਖਤਮ ਕਰਤਾ। ਫਿਰ ਆਂਦੇ ਨੇ ਮਨਸ਼ੀਆਤ ਦਾ ਕਲਚਰ ਵੀ ਉਹ ਲੈ ਆਏ, ਕਰਾਚੀ ਦੇ ਵਿੱਚ ਵੀ ਜੋ ਕੁਝ ਅੱਜ ਚੱਲਣ ਡਿਆ ਤੇ ਉਸ ਵੇਲੇ ਉਹਨੂੰ ਵੀ ਤਰਤੀਬ ਦਿੱਤਾ। ਫਿਰ ਮੁਸ਼ਰਫ ਸਾਹਿਬ ਆ ਗਏ। ਅੱਛਾ, ਜ਼ਿਆਉਲ ਹਕ ਸਾਹਿਬ ਨੇ ਜ਼ਰਾ ਮਜ਼ਹਬੀ ਟੱਚ ਦਿੱਤਾ ਸੀ। ਮੁਸ਼ਰਫ ਸਾਹਿਬ ਨੇ ਆ ਕੇ ਆਖਿਆ ਵੀ ਇਨਲਾਈਟਨਡ ਮੋਡਰੇਸ਼ਨ ਲਿਆਉਣੀ ਹੈ, ਮਾਸ਼ੀ ਇਸ਼ਾਰੀਏ ਬਿਹਤਰ ਕਰਨੇ। 9/11 ਆ ਗਈ, ਅਸੀਂ ਤੇ ਲੱਭਦੇ ਫਿਰਦੇ ਹਾਂ ਵੀ ਸਾਡੀ ਡਾਂਗ ਕੋਈ ਉਧਾਰ ਤੇ ਲੈ ਕੇ ਜਾਵੇ। ਉਹ ਕਿਤੇ ਡਾਂਗ ਖੜਕੂ ਤੇ ਸਾਨੂੰ ਕੁਝ ਲੱਭੂ। ਦੁਨੀਆ ਦੇ ਕੋਲ ਟੈਕਨੋਲੋਜੀ ਹੈ, ਕੀ ਕੁਛ ਹੈ, ਸਾਡੇ ਕੋਲ ਫੌਜ ਹੈ ਬੜੀ ਵੱਡੀ, ਤੇ ਪਿੱਛੇ ਆਬਾਦੀ ਹੈ, ਜੰਮ ਨਿਆਣੇ ਮਾਵਾਂ ਨੇ ਜਿਹੜੀਆਂ ਲਾਈਨਾਂ ਲਾਈਆਂ ਨੇ, ਤੇ ਅਸੀਂ ਆਨੇ ਵੀ ਸਾਡੇ ਕੋਲ ਪੁੱਤਰ ਹੀ ਇੰਨੇ ਨੇ, ਮਾਵਾਂ ਨੇ ਮੇਰਾ ਮਤਲਬ ਜਵਾਨ ਕਰਕੇ ਘੱਲੇ ਨੇ, ਜਿੱਥੇ ਮਰਜ਼ੀ ਲੜਵਾ ਦਿਓ ਸਾਨੂੰ, ਤੇ ਸਾਡੀ ਜਿਹੜੀ ਡਾਂਗ ਹੈ ਉਹ ਕਿਰਾਏ 'ਤੇ ਤਿਆਰ ਰਹਿੰਦੀ ਹੈ। ਤੇ ਉਹ ਸਾਨੂੰ ਜਨਾਬ ਉਸ ਵੇਲੇ 9/11 ਤੇ ਵਾਰ ਅਗੇਂਸਟ ਟੈਰਰ, ਅਮਰੀਕਾ ਨੂੰ ਸਾਡੀ ਲੋੜ ਸੀ, ਤੇ ਸਾਨੂੰ ਕਾਹਦੀ ਲੋੜ ਸੀ? ਸਾਨੂੰ ਤਾਂ ਤੁਹਾਨੂੰ ਪਤਾ ਹੈ ਕਿ ਹਮੇਸ਼ਾ ਸਾਨੂੰ ਤਾਂ ਦਿਹਾੜੀ ਚਾਹੀਦੀ, ਜਿਹੜਾ ਮਰਜ਼ੀ ਲੈ ਜਾਏ ਦਿਹਾੜੀ। ਤੇ ਅਮਰੀਕਾ ਨੇ ਸਾਨੂੰ ਜਿਹੜਾ ਉਹ ਦਿਹਾੜੀ, ਮਤਲਬ ਇਹੋ ਜਿਹੇ ਮਾਮਲਿਆਂ 'ਚ ਤਾਂ 5-7 ਸਾਲ ਦੀ ਦਿਹਾੜੀ ਹੁੰਦੀ ਨਾ, ਲੰਮਾ ਹੀ, ਅਮਰੀਕਾ ਨੇ ਸਾਨੂੰ ਲੈ ਲਿਆ। ਪਰ ਉਸ ਦਿਹਾੜੀ 'ਚ ਅਸੀਂ ਜਿਹੜੇ ਕੰਮ ਕੀਤੇ, ਉਸ ਤੋਂ ਬਾਅਦ ਤਾਲਿਬਾਨ, ਅਫਗਾਨ, ਫਲਾਣੇ ਸਾਡੇ ਖਿਲਾਫ ਹੋ ਗਏ। ਉਹ ਹੁਣ ਤੱਕ ਸਾਡੀ ਮੰਜੀ ਪੀੜੀ ਅੱਗੋਂ ਅਸੀਂ ਉਹਨਾਂ ਦੀ ਠੋਕੀ ਜਾਂਦੇ ਹਾਂ, ਉਹ ਸਾਡੀ ਠੋਕੀ ਜਾਂਦੇ ਨੇ, ਇੱਕ ਨਵਾਂ ਮੁਸੀਬਤ ਬਣ ਗਈ। ਅੱਛਾ ਜੀ, ਫਿਰ ਮੁਸ਼ਰਫ ਸਾਹਿਬ ਖੁਦਾ ਕਰਕੇ ਨਿਕਲੇ। ਉਸ ਤੋਂ ਪਹਿਲਾਂ ਮੁਸ਼ਰਫ ਸਾਹਿਬ ਦੇ ਆਉਣ ਤੋਂ ਪਹਿਲਾਂ ਜ਼ਿਆਉਲ ਹਕ ਸਾਹਿਬ ਦੇ ਜਾਣ ਤੋਂ ਬਾਅਦ 2 ਟੱਬਰ ਆ ਗਏ। ਉਹਨਾਂ ਨੇ ਵਾਰੀਆਂ ਲਈਆਂ, ਉਹਨਾਂ ਨੇ ਇਹੋ ਜਿਹੀਆਂ ਵਾਰੀਆਂ ਲਈਆਂ ਵੀ ਮੇਰਾ ਮਤਲਬ ਆਵਾਮ ਮਦਮੋਈ ਕਰ ਦਿੱਤੀ। ਇੱਕ ਉਤਰਦਾ ਸੀ ਤੇ ਸੀਟ ਤੋਂ, ਤੇ ਦੂਸਰਾ ਜਾ ਚੜ੍ਹਦਾ ਸੀ। ਆਵਾਮ ਨੂੰ ਤਾਂ ਸਮਝ ਨਾ ਆਈ ਵੀ ਜਾਈਏ ਕਿਹੜੇ ਪਾਸੇ ਨੂੰ। ਉਸ ਤੋਂ ਬਾਅਦ ਮੁਸ਼ਰਫ ਸਾਹਿਬ ਦੇ ਜਾਣ ਤੋਂ ਬਾਅਦ 9/11 'ਚ ਪੈਸੇ ਪੂਸੇ ਸਾਨੂੰ ਲੱਭੇ, ਥੋੜ੍ਹੀ ਜਿਹੀ ਕੋਈ ਸਾਰ ਨਿਕਲਿਆ। ਬਹਰਹਾਲ ਉਹ ਇੰਨੇ ਕੁ ਪੈਸੇ ਜਿਹੜੇ ਇਹੋ ਜਿਹੇ ਕੰਮਾਂ ਦੇ ਹੋਣ, ਉਹ ਮੇਰਾ ਮਤਲਬ ਇੰਝ ਹੀ ਉੱਜੜ ਜਾਂਦੇ ਨੇ। ਉਸ ਤੋਂ ਬਾਅਦ ਫਿਰ ਵਾਰੀ ਆ ਗਈ, ਪੀਪਲਜ਼ ਪਾਰਟੀ ਨੇ ਵਾਰੀ ਲਈ। ਯਾਦ ਕਰੋ, ਉਹੀ ਸੀ ਜਦੋਂ ਆਪਣਾ ਮੇਰਾ ਮਤਲਬ ਪੀਪਲਜ਼ ਪਾਰਟੀ ਦੇ ਇੱਕ ਵਜ਼ੀਰ ਨੇ ਕਿਹਾ ਵੀ ਕਰਪਸ਼ਨ ਤੇ ਸਾਡਾ ਵੀ ਹੱਕ ਹੈ, ਸਾਨੂੰ ਵੀ ਹਿੱਸਾ ਜੁੱਸੇ ਦੇ ਮੁਤਾਬਕ ਕਰਪਸ਼ਨ ਕਰਨ ਦਿਓ, ਸਾਡਾ ਵੀ ਹੱਕ ਹੈ। ਚੇਤਾ ਨਾ ਤੁਹਾਨੂੰ? ਉਹ ਉੱਥੋਂ ਜਾਨ ਛੁੱਟੀ ਤੇ ਅੱਗੋਂ ਨਵਾਜ਼ ਸ਼ਰੀਫ ਸਾਹਿਬ ਆ ਗਏ, ਕਾਇਦੇ ਕਿੱਲਤ। ਉਹਨਾਂ 2013 ਤੋਂ 2018 ਤੱਕ ਜਿਹੜੇ ਫਿਰ ਬਿਜਲੀ ਘਰ ਲਾ ਛੱਡੇ, ਕਮਿਸ਼ਨ ਤੇ ਪੈਸੇ ਲੈ ਕੇ, ਤੇ ਸਾਈਵਾਲ ਕੋਲ ਪਲਾਂਟ ਤੇ ਫਲਾਨਾ, ਉਹ ਹੁਣ ਤੁਹਾਡੀਆਂ ਅਗਲੀਆਂ ਨਸਲਾਂ ਦੀਆਂ ਚੀਕਾਂ ਨਿਕਲ ਰਹੀਆਂ ਨੇ ਬਿਜਲੀ ਦੇ ਉਹ ਬਿੱਲ ਦੇ ਕੇ। ਇਹ ਸਾਰਾ ਕੰਮ ਸ਼ਰੀਫ ਖਾਨਦਾਨ ਤੇ ਉਸ ਤੋਂ ਪਹਿਲਾਂ ਜ਼ਰਦਾਰੀ ਸਾਹਿਬ ਪਾ ਕੇ ਆਏ। ਜ਼ਿਆਦਾ ਕੰਮ ਤੁਹਾਨੂੰ ਜਿਹੜਾ ਹੈ ਉਹ ਜ਼ਿਆਦਾ ਕੰਮ ਲਾਇਆ ਸ਼ਰੀਫ ਖਾਨਦਾਨ ਨੇ। ਉਦੋਂ ਕਾ ਜਨਰਲ ਬਾਜਵਾ ਸਾਹਿਬ ਆ ਗਏ, ਉਹਨਾਂ ਕਿਹਾ ਜੀ ਮੈਂ ਤਾਂ ਨਹੀਂ ਹਟ ਸਕਦਾ ਕਿਸੇ ਤਰੀਕੇ ਨਾਲ ਵੀ ਕੰਮ, ਮੈਂ ਤਾਂ ਗੰਦ ਪਾਉਣਾ। ਉਹਨਾਂ ਫਿਰ ਉਹ ਜਿਹਾ ਗੰਦ ਪਾਇਆ ਜਿੰਨਾ ਕੋਈ ਗੰਦਾ ਬੰਦਾ ਪਾ ਸਕਦਾ ਹੁੰਦਾ। ਉਸ ਤੋਂ ਬਾਅਦ ਹੁਣ ਫੀਲਡ ਮਾਰਸ਼ਲ ਸਾਹਿਬ ਆਏ ਨੇ, ਤੇ ਇਹ ਜਨਾਬ ਸਾਡੀ ਤਾਰੀਖ ਹੈ।
ਤੇ ਜੋ ਸਾਡੇ ਬਾਬਿਆਂ ਦਾਦਿਆਂ ਨਾਲ ਹੁੰਦਾ ਸੀ ਉਹ ਅੰਗਰੇਜ਼ ਸਰਕਾਰ ਕਰਦੀ ਸੀ, ਉਦੋਂ ਵੱਧ ਕੇ ਹੁਣ ਵਾਲੀ ਸਰਕਾਰ ਕਰਨ ਡਈ ਹੈ। ਲੋਕਾਂ ਨੂੰ ਕੋਈ ਸਮਝ ਨਹੀਂ ਵੀ ਕਿਹੜੇ ਪਾਸੇ ਜਾਵਾਂ ਤੇ ਮੈਂ ਮੰਜੀ ਕਿੱਥੇ ਡਾਵਾਂ। ਲੋਕੀ ਲੱਭਦੇ ਫਿਰਦੇ ਨੇ, ਪੁੱਛਦੇ ਫਿਰਦੇ ਨੇ ਉਸ ਬੰਦੇ ਕੋਲ ਕਿ ਯਾਰ ਕਿਤੇ ਕਿਸੇ ਤਰੀਕੇ ਨਾਲ ਮਰਨ ਤੋਂ ਪਹਿਲਾਂ ਅਲਾਮਾ ਇਕਬਾਲ ਰਹਿਮਤੁल्लाह ਅਲੈਹ ਸਾਹਿਬ ਨਾਲ ਮੁਲਾਕਾਤ ਨਹੀਂ ਹੋ ਸਕਦੀ। ਅਸੀਂ ਪੁੱਛ ਹੀ ਲਈਏ ਵੀ ਸਰਕਾਰ ਕਿਤੇ ਖਾਬ ਵੇਖਣ 'ਚ ਕੋਈ ਅੱਗਾ ਪਿੱਛਾ ਤਾਂ ਨਹੀਂ ਸੀ ਹੋ ਗਿਆ। ਇਹੋ ਹੀ ਖਾਬ ਦੇਖਿਆ ਸੀ ਜੇ, ਜਾਂ ਕੋਈ ਹੋਰ ਖਾਬ ਵੀ ਵੇਖਿਆ ਸੀ। ਉਹ ਇੱਕ ਬੰਦੇ ਕੋਲ ਕੋਈ ਬੰਦਾ ਜਾਂਦਾ ਹੈ ਨਾ, ਉਹਨੂੰ ਪੁੱਛਦਾ ਹੈ ਵੀ ਜਵਾਨਾ ਪਿਛਲੇ ਦਿਨੋਂ ਪਤਾ ਲੱਗਾ ਸੀ ਵੀ ਤੇਰੀ ਮੱਝ ਬਿਮਾਰ ਹੋਈ ਸੀ ਤੇ ਉਹਨੂੰ ਫਲਾਨੀ ਮਰਜ਼ ਹੋਈ ਸੀ ਤੇ ਤੂੰ ਉਹਨੂੰ ਕਾੜਾ ਦਿੱਤਾ ਸੀ। ਕਾੜੇ ਦਾ ਮਤਲਬ ਹੁੰਦਾ ਹੈ ਕਿ ਉਹ ਨਿੱਕ ਸੁੱਕ ਮਿਲਾ ਕੇ, ਜੜੀ ਬੂਟੀਆਂ ਮਿਲਾ ਕੇ, ਉਬਾਲ ਕੇ ਉਹਦਾ ਜਿਹੜਾ ਇੱਕ ਜਿਵੇਂ ਜੁਸ਼ਾਂਦਾ ਬੰਦੇ ਪੀਂਦੇ ਨੇ, ਇਨਸਾਨ ਪੀਂਦੇ ਨੇ, ਔਰਤਾਂ ਜਾਂ ਬੰਦੇ, ਉਸੇ ਤਰ੍ਹਾਂ ਮੱਝਾਂ ਲਈ ਵੀ ਉਹ ਕਾੜਾ ਬਣਾਇਆ ਜਾਂਦਾ ਹੈ। ਸੂਪ ਸਮਝ ਲਓ ਉਹਨੂੰ ਇੱਕ ਕਿਸਮ ਦਾ। ਤੇ ਉਹਨੇ ਕਿਹਾ ਤੂੰ ਕਾੜਾ ਦਿੱਤਾ ਸੀ ਮੱਝ ਆਪਣੀ ਨੂੰ, ਤੇ ਉਹਦੇ 'ਚ ਕੀ ਪਾਇਆ ਸੀ, ਕਿਵੇਂ ਬਣਾਇਆ ਸੀ? ਉਹ ਬੰਦੇ ਨੇ ਸਾਰੀ ਤਰਤੀਬ ਦੱਸ ਛੱਡੀ। ਉਹਨੇ ਕਿਹਾ ਯਾਰ ਮੈਂ ਇਸ ਤੋਂ ਪੁੱਛਦਾ, ਮੇਰੀ ਮੱਝ ਨੂੰ ਵੀ ਉਹੀ ਬਿਮਾਰੀ ਹੋਈ ਤੇ ਤੂੰ ਆਪਣੀ ਮੱਝ ਨੂੰ ਜਦੋਂ ਇਹ ਬਿਮਾਰੀ ਹੋਈ ਸੀ ਕੀ ਦਿੱਤਾ ਸੀ? ਉਹਨੇ ਕਿਹਾ ਜੀ ਇਹ ਸ਼ੈਵਾਂ ਮੈਂ ਪਾਈਆਂ ਸਨ। ਤੇ ਉਹ ਬੰਦਾ ਉੱਠ ਕੇ ਜਾਂਦਾ, ਉਹ ਵੀ ਆਪਣਾ ਉਹੀ ਸ਼ੈਵਾਂ ਬਣਾਉਂਦਾ, ਕਾੜਾ ਦਿੰਦਾ ਮੱਝ ਨੂੰ, ਮੱਝ ਮਰ ਜਾਂਦੀ ਹੈ। ਬੰਦਾ ਬੜੇ ਗੁੱਸੇ ਨਾਲ ਆਉਂਦਾ, ਕਹਿੰਦਾ ਯਾਰ ਤੂੰ ਮੈਨੂੰ ਚੰਗਾ ਕਾੜਾ ਦੱਸਿਆ ਤੇ ਮੇਰੀ ਤੇ ਮੱਝ ਹੀ ਮਰ ਗਈ। ਉਹਨੇ ਕਿਹਾ ਮਰ ਤੇ ਮੇਰੀ ਵੀ ਗਈ ਸੀ। ਉਹਨੇ ਕਿਹਾ ਯਾਰ ਤੂੰ ਕਮਾਲ ਦਾ ਬੰਦਾ ਹੈ, ਮੈਂ ਤੈਨੂੰ ਜਦੋਂ ਪੁੱਛਿਆ ਤੂੰ ਉਦੋਂ ਕਿਉਂ ਨਹੀਂ ਦੱਸਿਆ? ਉਹਨੇ ਕਿਹਾ ਤੂੰ ਕਿਹੜਾ ਮੈਨੂੰ ਪੁੱਛਿਆ ਸੀ ਕਿ ਤੂੰ ਜਦੋਂ ਮੱਝ ਨੂੰ ਕਾੜਾ ਦਿੱਤਾ ਸੀ ਉਸ ਤੋਂ ਬਾਅਦ ਕੀ ਹੋਇਆ? ਤੂੰ ਤੇ ਪੁੱਛਿਆ ਵੀ ਤੇਰੀ ਮੱਝ ਬਿਮਾਰ ਹੋਈ ਸੀ, ਤੂੰ ਉਹਨੂੰ ਕਾੜਾ ਦਿੱਤਾ ਸੀ, ਕਿਹੜਾ ਕਾੜਾ ਦਿੱਤਾ ਸੀ, ਕੀ ਪਾਇਆ ਸੀ? ਤੇ ਮੈਂ ਤੈਨੂੰ ਦੱਸ ਦਿੱਤਾ। ਜੇ ਤੂੰ ਮੈਨੂੰ ਪੁੱਛਦਾ ਵੀ ਮੱਝ ਨਾਲ ਕੀ ਹੋਇਆ ਸੀ ਤੇ ਮੈਂ ਤੈਨੂੰ ਦੱਸ ਦਿੰਦਾ ਮਰ ਗਿਆ। ਤੂੰ ਪੁੱਛਿਆ ਨਹੀਂ ਤੇ ਮੈਂ ਤੈਨੂੰ ਕਾੜੇ ਦਾ ਦੱਸਿਆ, ਤੇ ਹੁਣ ਆਪਣੇ ਦੋਵਾਂ ਦੀ ਮਰ ਗਈ ਹੈ। ਤੇ ਉਹ ਹਿਸਾਬ ਕਿਤਾਬ ਹੈ। ਤੇ ਉਹ ਕਿਤੇ ਬਾਬਾ ਜੀ ਅਗਰ ਵੱਡੇ ਜਾਂ ਨਿੱਕੇ ਬਾਬਾ ਜੀ ਆ ਦੋਵੇਂ, ਹੁਣ ਮੈਨੂੰ ਨਹੀਂ ਪਤਾ ਵੱਡੇ ਉਹਨਾਂ 'ਚੋਂ ਕਿਹੜੇ ਨੇ ਨਿੱਕੇ ਕਿਹੜੇ ਨੇ, ਅਲਾਮਾ ਇਕਬਾਲ ਸਾਹਿਬ ਤੇ ਕਾਇਦ ਆਜ਼ਮ ਸਾਹਿਬ ਸਾਡੇ ਲਈ ਤੇ ਦੋਵੇਂ ਹੀ ਮੁਹਤਰਮ ਨੇ, ਪਰ ਕਿਤੇ ਦੋਵੇਂ ਬਾਬੇ ਲੱਭਣ ਤੇ ਅਸੀਂ ਉਹਨਾਂ ਕੋਲੋਂ ਪੁੱਛੀਏ ਵੀ ਸਰਕਾਰ ਕਿਤੇ ਅੱਗਾ ਪਿੱਛਾ ਜਨਾਬ ਕੋਲੋਂ ਤਾਂ ਨਹੀਂ ਸੀ ਹੋ ਗਿਆ ਵੀ ਸਾਡਾ ਤੇ ਇੱਥੇ ਚੌਧਰੀ ਨਿਜ਼ਾਮੁਦੀਨ ਨੇ ਐਸੀ ਫੰਡ ਕੱਢੀ ਸਾਡੀ। ਮੇਰਾ ਮਤਲਬ ਸਾਨੂੰ ਤੇ ਐਵੇਂ ਫੈਂਟਾ ਲਾਇਆ ਵੀ ਜਿਵੇਂ ਅਸੀਂ ਬਰਮਾ ਦੇ ਰਹਿਣ ਵਾਲੇ ਇੱਥੇ ਕਿਤੇ ਆਪ, ਮੇਰਾ ਮਤਲਬ ਕਿਤੇ ਧੱਕੇ ਨਾ ਆ ਗਏ। ਤੇ ਉਹ ਤੇ ਮੇਰਾ ਮਤਲਬ ਸਾਡੇ ਪਾਸੇ ਕੁੱਟੀ ਆਉਂਦੇ ਨੇ, ਕੁੱਟ ਸਾਡੀ ਫਿੰਜ ਕੱਢੀ ਉਹਨਾਂ ਨੇ। ਜਿਹੜਾ ਥੋੜ੍ਹੀ ਜਿਹੀ ਸੀ ਵੀ ਕੱਢਦਾ ਮਾਰੋ ਸਾਡੇ, ਮੇਰਾ ਮਤਲਬ ਪੁੜਿਆਂ ਦੇ ਉੱਤੇ ਲਿੱਤਰ ਨੰਗਿਆਂ ਕਰਕੇ ਕੈਮਰੇ ਲਾ ਕੇ ਤੇ ਕਿਸੇ ਨੂੰ ਨਾਜ਼ੁਕ ਅਜ਼ਾ ਦੇ ਉੱਤੇ ਉਹ ਜਨਾਬ ਝਟਕੇ ਲਾਉਂਦੇ ਨੇ। ਪਤਾ ਨਹੀਂ ਇਹਨਾਂ ਨੂੰ ਕਿਸੇ ਨੇ ਦੱਸਿਆ ਵੀ ਸਾਡੀਆਂ ਬੈਟਰੀਆਂ ਡਾਊਨ ਨੇ। ਇਹ ਸਾਨੂੰ ਮੇਰਾ ਮਤਲਬ ਤਾਰਾਂ ਲਾ ਕੇ ਸਾਡੇ, ਮੇਰਾ ਮਤਲਬ ਪਤਾ ਨਹੀਂ ਕਿਸੇ ਨੇ ਇਹ ਦੱਸਿਆ। ਅਸੀਂ ਫਿਲਮਾਂ 'ਚ ਵੇਖਿਆ ਸੀ ਦਿਮਾਗਾਂ ਨੂੰ ਝਟਕੇ ਲਾਉਂਦੇ ਨੇ, ਸੀਨੇ 'ਤੇ ਝਟਕੇ ਲਾਉਂਦੇ ਨੇ, ਇਹ ਨਾਜ਼ੁਕ ਅਜ਼ਾ 'ਤੇ ਲਾਉਂਦੇ ਨੇ। ਪਤਾ ਨਹੀਂ ਇਹਨਾਂ ਨੂੰ ਕਿਹੜੇ ਬੰਦੇ ਨੇ ਦੱਸਿਆ ਵੀ ਮੇਰਾ ਮਤਲਬ ਵੀ ਇੱਥੇ ਝਟਕਾ ਲਾਉਣ ਨਾਲ ਬੰਦੇ ਬਹੁਤੇ ਚਾਰਜ ਹੋਣਗੇ, ਕੋਈ ਮੁਲਕ ਕੌਮ ਦੀ ਖਿਦਮਤ ਬਹੁਤੀ ਕਰਨਗੇ। ਪਤਾ ਨਹੀਂ ਕਿਹੜੀ ਇਹਨਾਂ ਦੇ ਕੋਲ ਸਾਇੰਸ ਹੈ, ਉੱਥੇ ਝਟਕੇ ਲਾਉਂਦੇ ਨੇ ਜਾ ਕੇ। ਤੇ ਇਹ ਕਿਹੜੇ ਪਾਸੇ ਨੂੰ ਪੈ ਗਏ ਸਰਕਾਰ? ਇਹ ਮੇਰਾ ਮਤਲਬ ਇਹ ਝਟਕਿਆਂ ਵਾਲਾ ਕੰਮ ਹੈ। ਮਤਲਬ ਇਹ ਮੁਲਕ ਆਪਾਂ ਝਟਕੇ ਲਾਉਣ ਮਾਰਨ ਨੂੰ ਜਾਂ ਮਰਵਾਉਣ ਨੂੰ ਬਣਾਇਆ ਸੀ? ਕੀ ਰੌਲਾ ਕੀ ਹੈ? ਬਾਬੇ ਸਾਨੂੰ ਦੱਸਣ ਤੇ ਸਹੀ, ਕਿਉਂਕਿ ਕਾਨੂੰਨ ਉਹੀ ਨੇ। ਮੈਂ ਅੱਗੇ ਉਰਦੂ ਵੀਲਾਗ 'ਚ ਵੀ ਗੱਲ ਕੀਤੀ ਵੀ ਉਹੀ ਦਫਾਤ ਸਾਡੇ ਤੇ ਲੱਗੀਆਂ ਜਾ ਰਹੀਆਂ ਨੇ, ਉਹੀ ਸਾਨੂੰ ਤੁੰਨ ਪਰ 52 ਸਾਡੇ ਮਗਰ। ਤੇ ਮੇਰਾ ਮਤਲਬ ਹੈ ਕਿ ਸਾਨੂੰ ਹੁਣ ਪਤਾ ਹੀ, ਇਹ ਤੇ ਇੰਝ ਹੀ ਹੈ ਵੀ ਜਿਵੇਂ ਕੋਈ ਬੰਦਾ ਮਸੀਤੋਂ ਨਮਾਜ਼ ਪੜ੍ਹ ਕੇ ਨਿਕਲੇ ਤੇ ਉਹਦੇ ਮਗਰ ਕੁੱਤੇ ਪੈ ਜਾਣ, ਤੇ ਕੁੱਤੇ ਵੀ ਚੰਗੇ ਜੰਗਲੀ ਹੋਣ ਤੇ ਉਹ ਜਨਾਬ ਉਹਨੂੰ ਪਤਾ ਹੋਵੇ ਤੇ ਉਹ ਬੰਦਾ ਭੱਜਿਆ ਜਾਵੇ, ਜੁੱਤੀ ਵੀ ਉਹਦੀ ਲੱਥ ਜਾਏ ਤੇ ਉਹਦੀ ਪੱਗ ਵੀ ਖਿਲਰ ਜਾਏ, ਕਿਤੇ ਕੋ ਮੇਰਾ ਮਤਲਬ ਲੁੰਗੀ ਸ਼ੁੰਗੀ ਫਸ ਕੇ ਵੀ ਉਹ ਹੋ ਜਾਏ, ਲੀੜੇ ਵੀ ਪਾਟ ਜਾਣ ਤੇ ਉਹ ਨੰਗਾ ਹੀ ਬੰਦਾ ਭੱਜਿਆ ਜਾਣ ਡਿਆ ਹੋਵੇ, ਉਹਨੂੰ ਪਤਾ ਕੋਈ ਨਾ ਹੋਵੇ। ਥੋੜ੍ਹੀ ਦੇਰ ਪਹਿਲਾਂ ਉਹ ਬੜਾ ਮੁਅੱਜ਼ਜ਼ ਆਦਮੀ ਵਜ਼ੂ ਸ਼ਜ਼ੂ ਕੀਤਾ, ਮਸਜਿਦ 'ਚੋਂ ਨਮਾਜ਼ ਪੜ੍ਹ ਕੇ ਨਿਕਲਿਆ, ਉਸ ਤੋਂ ਬਾਅਦ ਜਿਹੜੀ ਉਹਦੀ ਹਾਲਤ ਹੈ, ਉੱਤੇ ਗਾਰਾ ਪਿਆ, ਮਿੱਟੀ ਪਈ, ਮਗਰ ਕੁੱਤੇ ਚੜੇ। ਇਹ ਮੇਰਾ ਮਤਲਬ ਹੈ ਪਾਕਿਸਤਾਨੀਆਂ ਨਾਲ ਤੇ ਇਹ ਸੂਰਤ-ਏ-ਹਾਲ ਬਣੀ ਹੈ। ਤੇ ਬਾਬਿਆਂ ਦੋਵਾਂ ਦੇ ਕੋਲੋਂ ਪੁੱਛਣਾ ਪੈਣਾ ਵੀ ਸਰਕਾਰ ਇਹ ਕਿਤੇ ਤੁਹਾਡੇ ਕੋਲੋਂ ਖਾਬ ਚੱਗਾ ਪਿੱਛਾ ਹੋ ਗਿਆ ਹੈ, ਉਹ ਖਾਬ ਸੁਣਾਉਣ ਚੱਗਾ ਪਿੱਛਾ ਹੋ ਗਿਆ ਜਨਾਬ ਨੂੰ, ਜਾਂ ਮੇਰਾ ਮਤਲਬ ਜਿਨ੍ਹਾਂ ਨੇ ਤਾਬੀਰ ਕੀਤੀ ਉਹਨਾਂ ਦੇ ਕੋਲੋਂ। ਕਈ ਵਾਰੀ ਹੁੰਦਾ ਹੈ ਨਾ, ਮੇਰਾ ਮਤਲਬ ਹੈ ਮਸਾਲਾ ਰੱਖਣਾ ਹੁੰਦਾ ਨਾ, ਜਿਵੇਂ ਪਿਛਲੇ ਦਿਨੋਂ ਪਟਵਾਰੀ ਆਪਣੇ ਇੱਕ ਦੂਜੇ ਨਾਲ ਗੱਲ ਕਰ, ਤੁਹਾਨੂੰ ਲੱਗੇਗਾ ਮਜ਼ਾਕ ਹੈ ਲੇਕਿਨ ਇਹ ਸੱਚਾ ਵਾਕਿਆ। ਜਦੋਂ ਇੰਡੀਆ ਦੇ ਨਾਲ ਪਿਛਲੇ ਦਿਨਾਂ ਝੜਪ ਹੋਈ ਸੀ, ਜਿਸ ਤੋਂ ਬਾਅਦ ਫੀਲਡ ਮਾਰਸ਼ਲ ਸਾਹਿਬ 5 ਸਿਤਾਰਾ ਫੀਲਡ ਮਾਰਸ਼ਲ ਬਣੇ ਸਨ, ਉਦੋਂ ਲਾਹੌਰ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ, ਲਾਹੌਰ ਗੁਜਰਾਂਵਾਲਾ ਹੀ ਸੈਂਟਰ ਪੰਜਾਬ ਦਾ ਇਲਾਕਾ ਹੀ ਸੀ ਜਿੱਥੋਂ ਪਟਵਾਰੀ ਡਿਸਕਸ ਕਰ ਰਹੇ ਸਨ, ਉਹਨਾਂ ਕਿਹਾ ਵੀ ਜਿਹੜਾ, ਮੈਨੂੰ ਹੁਣ ਐਗਜ਼ੈਕਟ ਨੰਬਰ ਯਾਦ ਨਹੀਂ, ਲੇਕਿਨ ਉਹਨਾਂ ਕਿਹਾ ਵੀ ਲਾਹੌਰ ਤੋਂ ਦਿੱਲੀ ਜਿਹੜਾ ਹੈ ਨਾ ਉਹ ਹੈਗਾ 450 ਕਿਲੋਮੀਟਰ। ਤੇ ਇਹ ਮੈਨੂੰ ਹੁਣ ਨੰਬਰ ਯਾਦ ਨਹੀਂ, ਲੇਕਿਨ ਉਦੋਂ ਡਿਸਕਸ਼ਨ ਹੋ ਰਹੀ ਸੀ। ਤੇ ਜਿਹੜਾ ਸਾਡਾ ਮਿਜ਼ਾਈਲ ਹੈ ਨਾ ਫਲਾਨਾ, ਉਹ ਹੈਗਾ ਜਿਹੜਾ ਉਹ ਤਕਰੀਬਨ ਕੋਈ 475 ਉਹਦੀ ਰੇਂਜ ਹੈ। ਤੇ ਇਹ ਅਗਰ ਅਸੀਂ ਲਾਹੌਰੋਂ ਚਲਾਵਾਂਗੇ ਤਾਂ ਦਿੱਲੀ ਤੋਂ ਗਾਂਹ ਨਿਕਲ ਜਾਏਗਾ, ਇਹ ਦਿੱਲੀ ਤੇ ਵੱਜੇਗਾ ਹੀ ਨਹੀਂ। ਤੇ ਉਹ ਇੱਕ ਨੇ ਕਿਹਾ ਵੀ ਕਮਲਿਓ ਇਸ ਤਰ੍ਹਾਂ ਨਾ ਸੋਚੋ, ਅਸੀਂ ਲਾਹੌਰ ਦੇ ਪਿਛਾਂ 25 ਕਿਲੋਮੀਟਰ ਚਲੇ ਜਾਵਾਂਗੇ, ਅਸੀਂ ਉੱਥੋਂ ਰੱਖ ਕੇ ਚਲਾਵਾਂਗੇ ਤੇ ਫਿਰ ਦਿੱਲੀ ਤੇ ਜਾ ਕੇ ਵੱਜੇਗਾ। ਸਮਝ ਰਹੇ ਹੋ ਨਾ ਗੱਲ ਨੂੰ? ਤੇ ਉਹਨਾਂ ਕਿਹਾ ਅਸੀਂ ਰੇਂਜ ਸੈੱਟ ਕਰ ਲਾਂਗੇ, ਪਿੱਛੋਂ ਰੱਖ ਕੇ ਚਲਾ ਦੇਵਾਂਗੇ। ਇਹ ਕਿਤੇ ਬਾਬੇ ਹੋਰਾਂ ਕੋਲੋਂ ਇੰਝ ਹੀ ਮਸਾਲਾ ਅੱਗੇ ਪਿੱਛੇ ਤੇ ਨਹੀਂ ਹੋ ਗਿਆ
ਕਿਉਂਕਿ ਇਹ ਤਾਂ ਦੇਖੋ ਹੋ ਨਹੀਂ ਸੀ ਸਕਦਾ ਨਾ ਵੀ ਆਜ਼ਾਦੀ ਲੱਭੀ ਉਸ ਤੋਂ ਬਾਵਜੂਦ ਸਾਡੀ ਇਹ ਕੁੱਟੀ ਆਉਂਦੇ ਨੇ, ਸਾਡੇ ਪੁੜੇ ਕੁੱਟੀ ਆ ਰਹੇ ਨੇ ਮੇਰਾ ਮਤਲਬ ਰੁਕਦਾ ਹੀ ਨਹੀਂ। ਜਿਹੜਾ ਜਰਨੈਲ ਆਉਂਦਾ ਪਤਾ ਨਹੀਂ ਕਿਹੜਾ ਇੰਜਣ ਫਿੱਟ ਹੋਇਆ ਇਹਨਾਂ ਦੇ ਵਿੱਚ, ਜਾਂ ਇਹਨਾਂ ਨੂੰ ਕਿਸੇ ਬੰਦੇ ਨੇ ਦੱਸ ਕੇ ਰੱਖਿਆ ਵੀ ਬਈ ਇਹਨਾਂ ਨੂੰ ਲਿੱਤਰ ਮਾਰੀ ਆਓ। ਪਤਾ ਨਹੀਂ ਪਾਕਿਸਤਾਨੀ ਕੌਮ ਨੇ ਕਿਹੜਾ ਐਸਾ ਜੁਰਮ ਕੀਤਾ ਹੈ, ਕਿਹੜਾ ਇਹਨਾਂ ਨੂੰ ਨੁਸਖਾ ਦੇ ਗਏ ਨੇ, ਕੁਸ਼ਤਾ ਦੇ ਗਏ ਨੇ ਇਹਨਾਂ ਨੂੰ, ਇਹ ਸਾਡੇ ਤੋਂ ਉਤਰਨੇ ਨਹੀਂ ਰਹੇ। ਮੇਰਾ ਮਤਲਬ ਹੈ ਪਹਿਲਾਂ ਅਯੂਬ ਖਾਨ ਸਾਹਿਬ ਨੇ ਵਾਰੀਆਂ ਲਈਆਂ, ਉਸ ਤੋਂ ਬਾਅਦ ਯਾਹਿਆ ਖਾਨ ਸਾਹਿਬ, ਉਹਨਾਂ ਤੋਂ ਪਤਾ ਨਹੀਂ ਕਿਹੜੀਆਂ ਵਾਰੀਆਂ ਲਈਆਂ, ਉਹ ਨਹੀਂ ਹਟੇ। ਉਸ ਤੋਂ ਬਾਅਦ ਜ਼ਿਆਉਲ ਹੱਕ ਸਾਹਿਬ ਆ ਗਏ, ਉਹਨਾਂ ਜਨਾਬ ਲੋਟੇ 'ਚ ਪਾਣੀ ਵੀ ਪਾਈ ਰੱਖਿਆ, ਤਸਬੀਹ ਵੀ ਫੇਰਦੇ ਰਹੇ ਤੇ ਵਾਰੀਆਂ ਵੀ ਲੈਂਦੇ ਰਹੇ। ਮੁਸ਼ਰਫ ਸਾਹਿਬ ਤੇ ਤੁਹਾਨੂੰ ਪਤਾ ਵੈਸੇ ਹੀ ਮਦਹੋਸ਼ ਰਹਿੰਦੇ ਸਨ, ਉਹ ਮਦਹੋਸ਼ੀ ਜੀ ਵਾਰੀਆਂ ਲੈ ਗਏ। ਉਸ ਤੋਂ ਬਾਅਦ ਬਾਜਵਾ ਸਾਹਿਬ ਚੁਗਲੀਆਂ ਕਰਕੇ ਵਾਰੀਆਂ। ਹੁਣ ਇਹ ਫੀਲਡ ਮਾਰਸ਼ਲ ਸਾਹਿਬ ਆਏ ਨੇ, ਉਹਨਾਂ ਵੀ ਡੰਡਾ ਫੜਿਆ ਜਨਾਬ, ਉਹ ਵੀ ਆਪਣਾ ਮੇਰਾ ਮਤਲਬ ਉਹ ਆਉਂਦੇ ਨੇ ਮੈਂ ਸੈਯਦ ਵੀ ਹਾਂ, ਮੈਂ ਹਾਫਜ਼ੇ ਕੁਰਾਨ ਵੀ ਹਾਂ, ਤੇ ਉਹ ਵੀ ਜਨਾਬ ਸਾਨੂੰ ਫੰਡੀ ਆਉਂਦੇ ਨੇ। ਇਹ ਕੁੱਟ ਕੱਟ ਕੇ ਨਿਕਲ ਜਾਂਦੇ ਨੇ ਸਾਰੇ। ਉਸ ਤੋਂ ਬਾਅਦ ਬਾਹਰਲੇ ਮੁਲਕਾਂ 'ਚ ਨਿਕਲ ਜਾਂਦੇ ਨੇ, ਕੋਈ ਜਜ਼ੀਰਾ ਲੈ ਲੈਂਦਾ, ਕੋਈ ਹੋਰ ਲੈ ਲੈਂਦਾ, ਆਵਾਮ ਉੱਥੇ ਭੁੱਖ ਮਰਨ ਡਈ ਹੈ। ਤੇ ਇਹ ਮੇਰਾ ਮਤਲਬ ਹੈ ਵੀ ਬਾਬਿਆਂ ਦੇ ਕੋਲੋਂ ਪੁੱਛੀਏ ਵੀ ਜਨਾਬ ਥੋੜ੍ਹਾ ਜਿਹਾ ਸਾਨੂੰ ਸਾਡੇ 'ਤੇ ਮਿਹਰਬਾਨੀ ਕਰੋ, ਸਾਨੂੰ ਥੋੜ੍ਹੀ ਜਿਹੀ ਇਸ ਗੱਲ ਦੇ ਉੱਤੇ ਥੋੜ੍ਹਾ ਜਿਹਾ ਦੱਸੋ ਵੀ ਇਹ ਸਾਡੇ ਨਾਲ ਰੌਲਾ ਬਣਿਆ ਕੀ ਹੈ। ਅੱਛਾ ਜੀ, ਅੱਗੇ ਚੱਲਦੇ। ਰੂਹ ਤੇ ਹਲਾਲ ਕਮੇਟੀ ਦੇ ਜਿਹੜੇ ਮੌਲਾਨਾ ਸਾਹਿਬਾਨ ਨੇ, ਉਹਨਾਂ ਨੇ ਛੱਤ ਤੋਂ, ਉਹ ਤੁਹਾਨੂੰ ਪਤਾ ਬਜ਼ੁਰਗ ਨੇ ਸਾਰੇ, ਉਹਨਾਂ ਨੂੰ ਵੈਸੇ ਵੀ ਬਜ਼ੁਰਗ ਨੇ ਸਾਡੇ, ਬੜੇ ਮੁਹਤਰਮ ਨੇ, ਪਰ ਉਹਨਾਂ ਨੂੰ ਜਿਨ ਪੰਜਾਬੀ ਜਾਂਦੇ ਨੇ ਪੂਰਾ ਦੀਦਾ ਨਹੀਂ, ਦਿਖਦਾ ਹੀ ਨਹੀਂ ਪੂਰਾ ਉਹਨਾਂ ਨੂੰ, ਅੱਖਾਂ ਤੇ ਐਨਕਾਂ ਭਾਰੀਆਂ ਲੱਗੀਆਂ ਨੇ, ਪਰ ਚੰਦ ਕਹਿੰਦੇ ਨੇ ਅਸੀਂ ਵੇਖਣਾ। ਹਾਲਾਂਕਿ ਉਹ ਚੰਦ ਚੜਾ ਸਕਦੇ ਨੇ, ਵੇਖ ਤੇ ਨਹੀਂ ਸਕਦੇ ਜਿਹੋ ਜਿਹੀਆਂ ਐਨਕਾਂ ਨੇ, ਬਹਰਹਾਲ ਉਹ ਆਂਦੇ ਨੇ ਵੇਖਣਾ। ਉਹ ਵਜ਼ਾਰਤ ਮਜ਼ਹਬੀ ਅਮੂਰ ਦੀ ਜਿਹੜੀ ਵਜ਼ਾਰਤ ਹੈ ਉਹਦੀ ਛੱਤ 'ਤੇ ਜਾਣਾ ਚਾਹੁੰਦੇ ਸੀ। ਉਹਨਾਂ ਕਿਹਾ ਜੀ ਉਹ ਤੇ ਹੋ ਰਿਹਾ ਇਸ ਵੇਲੇ ਫੰਕਸ਼ਨ, ਤੇ ਤੁਸੀਂ ਚਲੇ ਗਏ ਉੱਥੋਂ ਕਿਤੇ ਕੁਛ ਹੈ ਨਾ ਸੁੱਟ ਦਿਓ ਪਰਲੇ ਪਾਸੇ, ਫੰਕਸ਼ਨ ਦੀ ਸਿਕਿਉਰਿਟੀ ਹੋ ਜਾਏਗੀ। ਤੇ ਉਹਨਾਂ ਨੇ ਪਾਰਕਿੰਗ ਲਾਟ 'ਚ ਹੀ ਉਹਨਾਂ ਨੂੰ ਜਿਹੜੀ ਪਾਰਕਿੰਗ ਸੀ ਥੱਲੇ, ਉੱਥੇ ਮਸ਼ੀਨ ਉਹ ਲਾਤੀ, ਜੋ ਵੀ ਲਾਉਂਦੇ ਨੇ ਉਹ ਦੂਰਬੀਨ ਜੋ ਵੀ। ਉਹਨਾਂ ਕਿਹਾ ਇੱਥੋਂ ਵੇਖ ਲਓ, ਦਿਖਣਾ ਤੇ ਤੁਹਾਨੂੰ ਉੱਤੋਂ ਹੀ ਨਹੀਂ, ਇੱਥੇ ਰੱਖ ਕੇ ਤੁਸੀਂ ਆਪਣਾ ਸ਼ੌਕ ਹੀ ਪੂਰਾ ਕਰਨਾ। ਬਾਬਾ ਜੀ ਨੇ ਕਿਹਾ ਸੀ ਨਾ ਕਿ ਮੈਂ ਜਾ ਕੇ ਤੁਹਾਡੇ ਘਰ ਦੱਸਾਂਗਾ। ਉਹਨਾਂ ਨੇ ਕਿਹਾ ਬਾਬਾ ਜੀ ਜਿਹੜੀਆਂ ਫੁੱਟਾਂ ਅਸੀਂ ਖਾਣ ਡਏ ਹਾਂ, ਦੁਆਣਾ ਅਸੀਂ ਖਾਣ ਡਏ, ਉਹ ਤੁਸੀਂ ਵੀ ਖਾ ਲਓ। ਬਾਬਾ ਜੀ ਨੇ ਟਰਾਈ ਕੀਤੀ ਅੱਗਾ ਪਿੱਛਾ ਕਰਕੇ ਦਵਾਣੇ ਨੂੰ, ਪਰ ਜਿਸ ਵੇਲੇ ਬਾਬਾ ਜੀ ਨਾ ਖਾ ਸਕੇ, ਉਹਨਾਂ ਕਿਹਾ ਗੱਲ ਠਾਣੇ ਹੀ ਮੁੱਕਣੀ ਹੈ। ਤੇ ਉਹ ਇਹਨਾਂ ਨੇ ਵੀ ਮਜ਼ਹਬੀ ਅਮੂਰ ਵਾਲਿਆਂ ਨੇ ਆਖਿਆ ਵੀ ਤੁਹਾਨੂੰ ਕਿਹੜਾ ਚੰਦ ਨਜ਼ਰ ਆਉਣਾ, ਥੱਲਿਓਂ ਵੇਖ ਲਓ, ਉੱਤੋਂ ਵੇਖ ਲਓ, ਕਮਰੇ 'ਚ ਬਹਿ ਕੇ ਵੇਖ ਲਓ। ਬਹਰਹਾਲ ਇਹਨਾਂ ਬਾਬਿਆਂ ਲਈ ਤੇ ਇਹ ਵੀ ਤਰੀਕਾ ਕੀਤਾ ਜਾ ਸਕਦਾ ਵੀ ਉਹ ਜਿਹੜੀ ਦੂਰਬੀਨ ਹੈ ਉਹਦੇ ਸ਼ੀਸ਼ੇ 'ਤੇ ਹੀ ਚੰਦ ਬਣਾ ਦਿਆ ਕਰੋ, ਮੇਰਾ ਇਹਨਾਂ ਨੂੰ ਅੰਦਰੋਂ ਨਜ਼ਰ ਆ ਜਾਏਗਾ, ਇਹਨਾਂ ਕਹਿਣਾ ਚੰਦ ਨਜ਼ਰ ਆ ਗਿਆ। ਤੇ ਬਹਰਹਾਲ ਉਹਨਾਂ ਨੂੰ ਜਨਾਬ ਕੋਸਾਰ ਕੰਪਲੈਕਸ ਦੀ ਜਿਹੜੀ ਹੈ ਨਾ ਪਾਰਕਿੰਗ, ਉਹ ਲਾਟ ਦੇ ਵਿੱਚ ਹੀ ਉਹਨਾਂ ਨੇ ਚੰਦ ਚਾੜ ਲਿਆ ਆਪਣਾ। ਤੇ ਅੱਗੋਂ ਸ਼ਮਾਇਲਾ ਰਾਣਾ ਸਾਹਿਬਾ ਨੂਨ ਲੀਗ ਦੀ MNA ਨੇ, ਉਹਨਾਂ ਨੇ ਕਿਹਾ ਕਿ ਆਜ਼ਾਦ ਕਸ਼ਮੀਰ 'ਚ ਅਸੀਂ ਖਿਦਮਤ ਦੇ ਨਾਂ 'ਤੇ ਵੋਟ ਮੰਗਿਆ ਤੇ ਖਿਦਮਤ ਵਾਲਾ ਚੂਰਨ ਸਾਡਾ ਵਿਕ ਗਿਆ। ਬੱਲੇ ਬਈ ਬੱਲੇ, ਸ਼ੇਰ ਬੱਗਿਓ, ਮਤਲਬ ਲੁਕਾਉਂਦੇ ਵੀ ਕੋਈ ਗੱਲ नहीं है। ਕੀ ਆਖਿਆ ਉਹਨਾਂ सुन लो। दो पॉलिटिकल पार्टीज के डिफरेंट लीडर थे, एक ने तंज और तीर के नश्तर बरसाए, एक ने परफॉर्मेंस बताई, एक ने खिदमत के ऊपर वोट मांगा, तो अवाम ने खिदमत का जो है वो चूरन जो था हमारा बिक। लेकिन हसन मुर्जा साहब ਸੁਣ ਲਿਆ ਜੇ, ਮਤਲਬ ਇਹਦੇ ਤੇ ਮੈਂ ਕੀ ਤਜਜ਼ੀਆ ਕਰਾਂ, ਉਹ ਆਪੇ ਆਪਣੇ ਮੂੰਹ ਕਹਿਣ ਦੇ ਨਹੀਂ ਵੀ ਅਸੀਂ ਚੂਰਨ ਵੇਚਿਆ, ਸਾਡਾ ਵਿਕ ਗਿਆ, ਕੰਮ ਜਿਹੜਾ ਉਹ ਮੁੱਕ ਗਿਆ। ਅੱਗੋਂ ਮੁਸ਼ਤਾਕ ਮਨਾਜ਼ ਸਾਹਿਬ ਨੇ ਅਖੀਰੀ ਕਰਤੀ, ਉਹ ਵੱਡੇ ਸਾਰੇ ਨੱਕ ਵਾਲੇ ਉਹ ਇੱਕ ਨੂਨ ਲੀਗੀ ਨੇ, ਪਹਿਲਾਂ ਸਾਫੀ ਵੀ ਹੁੰਦੇ ਸਨ, ਮਾਸ਼ਾਅੱਲਾ ਬਹੁਤ ਹੀ ਵੱਡਾ ਨੱਕ ਹੈ। ਮੈਂ ਤੇ ਕਈ ਵਾਰੀ ਇਹ ਸੋਚਣਾ ਵੀ ਉਹਨਾਂ ਨੂੰ ਕਸ਼ਮੀਰ 'ਚ ਨਹੀਂ ਰਹਿਣ ਦੇਣਾ ਚਾਹੀਦਾ, ਉਹਨਾਂ ਨੂੰ ਇੱਧਰ ਰੱਖਣਾ ਚਾਹੀਦਾ ਹੈ, ਕਿਉਂਕਿ ਮੈਨੂੰ ਫਿਕਰ ਇਹ ਹੈ ਵੀ ਅਸੀਂ ਕੋਈ ਆਪਣੇ ਮਜ਼ਾਇਲ ਆਈਟਮ ਬੰਬ ਜਿਹੜਾ ਉਹਨਾਂ ਦੇ ਨੱਕ 'ਚ ਰੱਖਿਆ ਹੋਣਾ, ਜਿੱਡਾ ਵੱਡਾ ਉਹਨਾਂ ਦਾ ਮਾਸ਼ਾਅੱਲਾ ਨੱਕ ਹੈ, ਉਹਦੇ ਵਿੱਚ ਤੇ ਕਈ ਅਸੀਂ ਜਹਾਜ਼ ਖੜੇ ਕਰ ਸਕਦੇ ਅੰਦਰ, ਬਹੁਤ ਹੀ ਵੱਡਾ ਨੱਕ ਹੈ ਮਾਸ਼ਾਅੱਲਾ ਉਹਨਾਂ ਦਾ। ਤੇ ਉਹ ਹੁਣ ਕਹਿੰਦੇ ਨੇ ਵੀ ਸਾਨੂੰ ਨੂਨ ਲੀਗ ਵੱਲੋਂ ਲੜ ਰਹੇ ਸਨ, ਵਜ਼ੀਰ ਆਜ਼ਮ ਦੇ ਵੀ ਅੰਦਰੋਂ ਉਮੀਦਵਾਰ ਸਨ। ਉਹਨਾਂ ਨੇ ਹੁਣ ਦੱਸਿਆ ਵੀ ਅਸੀਂ ਰਾਣਾ ਸਨਾਉल्ला ਨੇ ਸਾਨੂੰ ਮਰਵਾਇਆ, ਅਸੀਂ ਰਾਣਾ ਸਾਹਿਬ ਨੂੰ ਕਿਹਾ ਸੀ ਵੀ ਸਾਨੂੰ ਰੇਂਜਰ ਦਿਓ, ਕਿਉਂਕਿ ਰੇਂਜਰ ਫਾਂਡਾ ਬਹੁਤਾ ਫੇਰਦੀ ਹੈ ਮੁਖਾਲਫੀਨ ਨੂੰ। ਉਹਨਾਂ ਨੇ ਰੇਂਜਰ ਦੀ ਜਗ੍ਹਾ ਤੇ FC ਘੱਲ ਦਿੱਤੀ, ਤੇ FC ਵਾਲੇ ਸਾਰਾ ਦਿਨ ਇੱਥੇ ਚਰਸ ਪੀ ਵੀ ਜਾਂਦੇ ਸਨ। ਉਹਨਾਂ ਕਿਹਾ FC ਵਾਲੇ ਚਰਸ ਪੀ ਕੇ ਚਲੇ ਗਏ, ਸਾਨੂੰ ਉਹਨਾਂ ਨੇ ਧਾਂਦਲੀ ਕਰਨ ਦੇ ਵਿੱਚ ਸਾਡੀ ਮਦਦ ਨਹੀਂ ਕੀਤੀ। ਖਬਰਾਂ ਹੋਰ ਵੀ ਸਨ, ਲੇਕਿਨ ਤੁਹਾਨੂੰ ਸਾਰਿਆਂ ਨੂੰ ਆਪਣਾ ਮੰਜੀ ਡਾਉਣ ਦਾ ਹਿਸਾਬ ਲਾ ਲਓ ਵੀ ਕਿੱਥੇ ਡਾਉਣੀ ਹੈ, ਤੇ ਜੇ ਤੁਹਾਨੂੰ ਲੱਭ ਜੇ ਮੰਜੀ ਕਿੱਥੇ ਡਾਉਣੀ ਹੈ, ਤੇ ਤੁਹਾਨੂੰ ਤੇ ਮੈਨੂੰ ਸਾਰਿਆਂ ਨੂੰ ਯੌਮ ਆਜ਼ਾਦੀ ਮੁਬਾਰਕ, ਤੇ ਰੱਬ ਰਾਖਾ।